देश दुनिया च बसते पंजाबियों को जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने राजीव भास्कर। भास्कर साहब जी आया। शुक्रिया रंधावा जी। भास्कर साहब, पात्र साहब आखते ने कि जे लगी तेरे काल जे हाले छुरी नहीं तो ये ना समझ कि शहर की हालत बुरी नहीं। मेरे मन की तकलीफ उदों बहुत वध जाती है जदों पंजाब के एक वड्डे वजीर गैर रस्मी गलबात च मैनूं आखदे आ कि तुहाडे चाक कुवारे ना रह जाण किते। इस तो पहला कि तुसीं खुश होवो किते तकलीफ वाला कोई हाई कोर्ट का स्टे आर्डर हत्थां च ना होवे। गल हो रही सी बिजली खरीद समझौतिਆਂ ਨੂੰ रद्द करन दी प्रक्रिया दी। दूजे बन्ने पंजाब का बहुत चर्चित केस ड्रग केस भोला 6000 करोड़ का। असीं भोला जिक्र तां करदे हां क्योंकि उदों दीयां अखबारां दे विच इसे ਨਾਂ नाल इस ਸਕੈਂਡਲ का जिक्र हुंदा रिहा। ਉਹਦੇ ਉੱਤੇ ਪੰਜਾਬ ਸਰਕਾਰ ਕੁਝ ਕਰੇ ਨਾ ਕਰੇ, ਲੇਕਿਨ ਇੱਕ ਪਟੀਸ਼ਨ ਦਾਇਰ ਹੋਈ ਆ। ਭਾਸਕਰ ਸਾਹਿਬ ਉਹਦੇ ਚ ਡਿਟੇਲ ਚ ਅੱਗੇ ਜਾ ਕੇ ਦੱਸਣਗੇ ਕਿ ਨੌਕ ਕੀਤਾ ਗਿਆ ਮਾਣਯੋਗ ਉੱਚ ਅਦਾਲਤ ਨੂੰ ਕਿ ਸਟੇਟਸ ਕੀ ਆ, ਕੌਣ ਕਿੱਥੇ ਆ, ਕਿਹੜੇ ਇੱਥੇ ਨੇ, ਕਿਹੜੇ ਕੈਨੇਡਾ ਚ ਨੇ, ਕਿੱਥੇ ਕਿੱਥੇ ਇਨਵੈਸਟੀਗੇਸ਼ਨ ਖੜੀ ਆ, ਗਾਂ ਕਿਉਂ ਨਹੀਂ ਵਧੀ। ਸੁਖਬੀਰ ਸਿੰਘ ਬਾਦਲ ਆਖਦੇ ਆ ਕਰਕੇ ਵੇਖ ਲੈਣ ਰੱਦ ਕੈਪਟਨ ਅਮਰਿੰਦਰ ਸਿੰਘ ਸਮਝੌਤੇ। ਬਿਜਲੀ ਕਿੱਥੋਂ ਲਿਆਉਣਗੇ। ਤੇ ਨਾਲ ਦੀ ਨਾਲ ਹੀ ਹਰਪਾਲ ਚੀਮਾ ਕਹਿੰਦਾ ਸਿੱਧੂ ਸਾਹਿਬ ਟਾਰਾ ਮਾਰਿਆ ਨਹੀਂ ਬਣਨਾ, ਵਿਧਾਨ ਸਭਾ ਚ ਆ ਜਾਓ ਜੇ ਰੱਦ ਕਰਨੇ ਆ, ਪੂਰੀ ਸਪੋਰਟ ਦੇਾਂਗੇ। ਜੋ ਵੀ ਰੱਦ ਕਰਨਾ ਵਿਧਾਨ ਸਭਾ ਚ ਲਿਆਓ, ਬਿੱਲ ਬਣਾਓ, ਬਿੱਲ ਬਣਾ ਕੇ ਅੱਗੇ ਆਈਏ। ਭਾਸਕਰ ਸਾਹਿਬ, ਪਰਿਸਥਿਤੀਆਂ ਅਜੀਬ ਹੋਈ ਜਾਂਦੀਆਂ। ਸੀਟਾਂ 117 ਤੇ ਧਿਰਾਂ ਵੀ ਮੈਨੂੰ ਲੱਗਦਾ ਕਿ ਹੁਣ 6-7 ਤੋਂ ਵੱਧ ਗਈਆਂ। ਸਾਰੇ ਹੀ ਕਹਿੰਦੇ 117 ਤੇ ਲੜਾਂਗੇ। ਬਿਨਾਂ ਮੁੱਦਿਆਂ ਤੋਂ ਅੱਗੇ ਵੱਧਦੇ ਨਜ਼ਰ ਆਉਂਦੇ ਨੇ। ਇਸ ਮਰੀ ਸਟੇਟ ਨੂੰ ਚਰੁੰਡਣ ਲਈ ਸਾਰੇ ਹੀ ਤਿਆਰੀਆਂ ਕਰੀ ਫਿਰਦੇ ਆ। ਹੁਣ ਜੇ ਮੈਂ ਪਹਿਲਾਂ ਤੁਹਾਡੇ ਕੋਲ ਆਵਾਂ, ਮੈਨੂੰ ਸਭ ਤੋਂ ਪਹਿਲਾਂ ਉਹ ਬਹੁਤ ਚਰਚਿਤ ਡਰੱਗ ਕੇਸ ਦੀ ਜਾਣਕਾਰੀ ਦਿਓ ਜਿਹਦੇ ਵਿੱਚ ਇੱਕ ਪੰਜਾਬ ਦੇ ਵੱਡੇ ਨਾਮਵਰ ਵਕੀਲ ਪਟੀਸ਼ਨ ਦਾਇਰ ਕਰਕੇ ਪੁੱਛਦੇ ਆ, ਦੱਸਿਓ ਉਹ ਕੇਸ ਜਿਹੜੇ ਕੇਸ ਤੇ ਮਾਰੇ ਪੰਜਾਬੀ ਉੱਠ ਨਾ ਸਕੇ, ਜਿਹਦੇ ਡਰਦੇ ਅਜੇ ਵੀ ਵਿਦੇਸ਼ਾਂ ਨੂੰ ਬੱਚੇ ਚੜਾਈ ਜਾਂਦੇ ਆ, ਸਰਮਾਇਆ ਵੀ ਤੋਰੀ ਜਾਂਦੇ ਆ। ਉਹ ਕੇਸ ਦਾ ਕੀ ਬਣਿਆ ਜਿਹੜੇ ਕੇਸ ਤੋਂ ਬਾਅਦ ਪੰਜਾਬ ਦੇ ਵਿੱਚ ਬੱਚਿਆਂ ਦੀਆਂ ਨਾੜਾਂ ਦੇ ਵਿੱਚ ਸਰਿੰਜਾਂ ਭਰੀਆਂ ਰਹਿ ਗਈਆਂ ਤੇ ਕੋਈ ਗਲੀਆਂ 'ਚ ਮਿਲਿਆ ਤੇ ਕੋਈ ਕਿਧਰੇ ਜਾ ਕੇ ਅਜੇ ਵੀ ਉਹ ਬੈਣ ਝੱਲੇ ਨਹੀਂ ਜਾਂਦੇ। ਕੀ ਕਹਿੰਦੇ ਹੋ ਰੰਧਾਵਾ ਜੀ? परसों जब मुख्यमंत्री ਨੂੰ ਮਿਲੇ ਸੀਗੇ ਨਵਜੋਤ ਸਿੰਘ ਸਿੱਧੂ ਤਾਂ ਉਹਨਾਂ ਨੇ 5 ਇਸ਼ੂਜ਼ ਰੇਜ਼ ਕੀਤੇ ਸੀਗੇ, ਜਿਹਦੇ ਵਿੱਚੋਂ ਇੱਕ ਇਹ ਵੀ ਸੀਗਾ ਕਿ ਐਸਟੀਐਫ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਬੰਦ ਲਿਫਾਫੇ ਦੇ ਵਿੱਚ ਰਿਪੋਰਟ ਜਿਹੜੀ ਪੇਸ਼ ਹੋਈ ਸੀਗੀ, ਉਹ ਲਿਫਾਫਾ ਕਿਹਾ ਜਾਂਦਾ ਕਿ ਹਜੇ ਤੱਕ ਬੰਦ ਹੈਗਾ। ਉਹਦੇ ਉੱਤੇ ਕੀ ਐਕਸ਼ਨ ਲਿੱਤਾ? ਜਿਹੜੀ ਵੱਡੀ ਮੱਛੀਆਂ ਸੀਗੀ, ਖਾਸ ਕਰਕੇ ਜਿਹੜੀ ਡਰੱਗ ਦੇ ਰੈਕਟ ਦੇ ਵਿੱਚ ਇਨਵੋਲਵ ਸੀਗੀ, ਉਹਨਾਂ ਦੇ ਉੱਤੇ ਕੀ ਐਕਸ਼ਨ ਲਿੱਤਾ ਔਰ ਉਹ ਐਕਸ਼ਨ ਇਮੀਡੀਏਟਲੀ ਲਿੱਤਾ ਜਾਏ ਤੇ ਉਹਨਾਂ ਨੂੰ ਐਗਜ਼ਾਮਪਲਰੀ ਪਨਿਸ਼ਮੈਂਟ ਦੇ ਕੇ, ਜਿੱਦਾਂ ਪੰਜਾਬੀ 'ਚ ਕਹਿੰਦੇ ਕਾਂ ਟੰਗਣ ਵਾਲੀ ਗੱਲ, ਉਹ ਵਾਲਾ ਉਹਦੇ ਵਾਸਤੇ ਉਹਨਾਂ ਨੇ ਇੱਕ ਮੰਗ ਕੀਤੀ ਸੀਗੀ। ਚਲੋ ਉਸ ਮੰਗ ਦੇ ਉੱਤੇ ਹਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਚੁੱਪ ਨੇ, ਪਰ ਅੱਜ ਇੱਕ ਖਬਰ ਆਈ ਜਿਹਦੇ ਵਿੱਚ ਸੀਨੀਅਰ ਐਡਵੋਕੇਟ ਨਵ ਕਿਰਨ ਹੈਗੇ ਨੇ ਚੰਡੀਗੜ੍ਹ ਤੋਂ, ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ। ਉਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਸਾਰੇ ਡਰੱਗ ਕੇਸਿਸ ਦੇ ਜਿਹੜੇ ਪੈਂਡਿੰਗ ਹੈਗੇ ਆ, ਯਾਨੀ ਬਹੁਤ ਸਾਰੇ ਅਕਿਊਜ਼ਡ ਇੱਦਾਂ ਦੇ ਹੈਗੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਇਹ ਮੰਗ ਕੀਤੀ ਹੈ। ਡਬਲ ਬੈਂਚ ਦੇ ਵਿੱਚ ਉਹਦੀ ਕੱਲ ਹੀਅਰਿੰਗ ਸੀਗੀ। ਉਹ ਹੀਅਰਿੰਗ ਕਿਸੇ ਕਾਰਨ ਵਾਸਤੇ, ਕਿਉਂਕਿ ਇੱਕ ਜੱਜ ਕੱਲ ਛੁੱਟੀ ਤੇ ਹੈਗੇ ਨੇ, ਉਹ ਕੱਲ ਤੇ ਨਹੀਂ ਹੋ ਪਾਏਗੀ, ਪਰ ਬੜੀ ਛੇਤੀ ਉਹਦੇ ਉੱਤੇ ਹੀਅਰਿੰਗ ਸ਼ੁਰੂ ਹੋਏਗੀ। ਉਹ ਪਟੀਸ਼ਨ ਐਡਮਿਟ ਹੋ ਚੁੱਕੀ ਹੈ, ਜਿਹਦੇ ਵਿੱਚ ਪੁੱਛਿਆ ਗਿਆ ਹੈ ਕਿ ਐਸਟੀਐਫ ਦੀ ਰਿਪੋਰਟ ਦੇ ਉੱਤੇ ਈਡੀ ਦੀ ਜਿਹੜੀ ਬੰਦ ਲਿਫਾਫੇ, ਈਡੀ ਦੇ ਵੀ ਕਈ ਹਾਈ ਕੋਰਟ ਦੇ ਵਿੱਚ ਪਏ ਹੋਏ ਨੇ, ਈਡੀ ਦੀ ਵੀ ਜਿਹੜੀ ਇਨਵੈਸਟੀਗੇਸ਼ਨਾਂ ਚੱਲਦੀ ਸੀ ਕਿ ਡਰੱਗ ਮਾਮਲਿਆਂ ਦੇ ਵਿੱਚ, ਉਹ ਹਜੇ ਕਿਸੇ ਸਿਰੇ ਤੇ ਨਹੀਂ ਪਹੁੰਚੀ। ਔਰ ਉਸ ਤੋਂ ਇਲਾਵਾ ਬੀਐਸਐਫ ਨੇ ਵੀ ਕਾਫੀ ਸਾਰੇ ਕੇਸਿਸ ਰਜਿਸਟਰਡ ਕੀਤੇ ਸੀਗੇ ਡਰੱਗ ਦੇ ਮਾਮਲੇ ਦੇ ਵਿੱਚ, ਜੋ ਬੀਐਸਐਫ ਨੇ ਫੜੇ ਸੀ। ਪੰਜਾਬ ਪੁਲਿਸ ਨੇ ਉਹਦੇ ਉੱਤੇ, ਕਿਉਂਕਿ ਲੋਕਲ ਚੌਂਕੀ ਦੇ ਵਿੱਚ ਰੈਫਰ ਕਰਨੇ ਹੁੰਦੇ ਆ ਕੇਸ, ਤੇ ਉਹਨਾਂ ਨੇ ਕੇਸ ਕੀਤੇ ਸੀ ਜਿਹਦੇ ਵਿੱਚ ਇੰਟਰਨੈਸ਼ਨਲ ਸਮਗਲਰਾਂ ਦਾ ਨਾਂ ਸੀਗਾ। ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਇੱਕ ਕੰਬਾਈਨਡ ਇੱਕ ਪਟੀਸ਼ਨ ਦਾਖਲ ਕੀਤੀ ਹੋਈ ਹੈ। ਔਰ ਮੈਨੂੰ ਲੱਗਦਾ ਕਿ ਇਸ ਤੋਂ ਪਹਿਲੇ ਕੈਪਟਨ ਸਾਹਿਬ ਉਸ ਬੰਦ ਲਿਫਾਫੇ ਦਾ ਜ਼ਿਕਰ ਕਰੇ। ਜੇ ਇਸ ਪਟੀਸ਼ਨ ਦੇ ਉੱਤੇ ਛੇਤੀ ਕਿਤੇ ਹੀਅਰਿੰਗ ਹੋ ਜਾਂਦੀ ਹੈ ਤੇ ਬਿੱਲੀ ਪਹਿਲੋਂ ਬਾਹਰ ਆ ਜਾਏਗੀ। ਔਰ ਬਹੁਤ ਸਾਰੀ ਗੱਲਾਂ ਜੋ, ਕਿਉਂਕਿ ਇਸ ਪਟੀਸ਼ਨ ਦੇ ਵਿੱਚ ਇੱਕ ਗੱਲ ਇਹ ਵੀ ਕਹੀ ਗਈ ਹੈ ਕਿ ਉਹ ਐਸਟੀਐਫ ਦੀ ਰਿਪੋਰਟ ਜਿਹੜੀ ਹਜੇ ਬੰਦ ਲਿਫਾਫੇ 'ਚ ਹੈ, ਉਹਨੂੰ ਜਨਤਕ ਕੀਤਾ ਜਾਣਾ ਚਾਹੀਦਾ, ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਉਸ ਰਿਪੋਰਟ ਦੇ ਵਿੱਚ ਹੈ ਕੀ। ਭਾਵੇਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਸ ਬੰਦ ਲਿਫਾਫੇ ਨੂੰ ਉਸ ਦਿਨ ਹੀ ਖੋਲ੍ਹਤਾ ਸੀਗਾ, ਜਦ ਆਪਣੇ ਘਰ ਕੁਝ ਚੁਣਿੰਦੇ ਪੱਤਰਕਾਰਾਂ ਨੂੰ ਬੁਲਾ ਕੇ ਉਹਨਾਂ ਨੇ ਉਸ ਰਿਪੋਰਟ ਦੀ ਸਾਰੀ ਗੱਲਾਂ, ਸਾਰਾ ਖੁਲਾਸਾ, ਪੇਜ ਨੰਬਰ 34 ਕਾਫੀ ਚੀਜ਼ਾਂ ਦੱਸੀ ਸੀਗੀ। ਪਰ ਹੁਣ ਇਹ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਹੁਣ ਪਟੀਸ਼ਨ ਐਡਮਿਟ ਹੋ ਚੁੱਕੀ ਹੈ, ਇਹ ਗੱਲ ਅੱਗੇ ਜ਼ਰੂਰ ਤੁਰੇਗੀ।
ਕੈਪਟਨ ਸਾਹਿਬ ਇਸ ਮੁੱਦੇ ਤੇ ਕੀ ਐਕਸ਼ਨ ਲੈਂਦੇ ਨੇ? ਕਿਉਂਕਿ ਜਿੱਦਾਂ ਸਾਡੇ ਸੂਤਰ ਦੱਸਦੇ ਸੀਗੇ ਵੀ ਐਕਸ਼ਨ ਟੇਕਨ ਰਿਪੋਰਟ ਉਸ ਬੰਦ ਲਿਫਾਫੇ ਦੇ ਉੱਤੇ ਸਰਕਾਰ ਆਲਰੇਡੀ ਸਬਮਿਟ ਕਰ ਚੁੱਕੀ ਹੈ। ਇਹ ਗੱਲ ਸੱਚ ਹੈ ਝੂਠ ਹੈ, ਇਹਦਾ ਖੁਲਾਸਾ ਵੀ ਇਸ ਪਟੀਸ਼ਨ ਦੀ ਹੀਅਰਿੰਗ ਦੇ ਦੌਰਾਨ ਹੋਏਗਾ। ਕਿਉਂਕਿ ਅਗਰ ਉਹ ਬੰਦ ਲਿਫਾਫਾ ਬੰਦ ਹੀ ਹੈਗਾ ਤੇ ਜਿਹੜੀ ਸਾਡੇ ਸੂਤਰ ਦੱਸਦੇ ਸੀਗੇ ਕਿ ਐਕਸ਼ਨ ਟੇਕਨ ਰਿਪੋਰਟ ਵੀ ਸਬਮਿਟ ਹੋ ਚੁੱਕੀ ਹੈ, ਉਹਦਾ ਵੀ ਖੁਲਾਸਾ ਹੋਏਗਾ। ਉਹਦੇ ਵਿੱਚ ਵੀ ਸਰਕਾਰ ਪੂਰੀ ਦਿਸਦੀ ਨਜ਼ਰ ਆਉਂਦੀ ਹੈ। ਜੀ ਜੀ ਭਾਸਕਰ ਸਾਹਿਬ, ਮੈਨੂੰ ਯਾਦ ਹੈ, ਤੁਹਾਡੇ ਤਾਂ ਚੇਤਿਆਂ 'ਚ ਬਹੁਤ ਤਾਜ਼ਾ ਹੋਊਗਾ, ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਮਿਨਿਸਟਰ ਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਗਏ ਸੀ। ਉਹਦੇ ਪੁੱਤਰ ਨੂੰ ਈਡੀ ਦੇ ਦਫ਼ਤਰ ਤੇ ਗੇੜੇ ਮਾਰਨੇ ਪੈ ਗਏ ਸੀ। ਇੱਕ ਵੱਡੇ ਅਕਾਲੀ ਵਜ਼ੀਰ ਨੂੰ ਇੱਕੋ ਵਾਰੀ ਸੱਦਿਆ ਗਿਆ। ਉਸ ਤੋਂ ਬਾਅਦ ਸੁਣਿਆ ਕਿ ਬਦਲੀਆਂ ਵੀ ਹੋ ਗਈਆਂ ਸੀ, ਈਡੀ ਦੇ ਅੰਦਰ ਘਮਸਾਨ ਮਚ ਗਿਆ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਤਤਕਾਲੀ ਜਿਹੜੇ ਸ਼ਾਇਦ ਜੁਆਇੰਟ ਡਾਇਰੈਕਟਰ ਸੀਗੇ ਜਾਂ ਡੈਪਟੀ ਡਾਇਰੈਕਟਰ ਸੀ ਨਿਰੰਜਨ ਸਿੰਘ, ਉਹਨਾਂ ਨੂੰ ਹਾਈ ਕੋਰਟ 'ਚੋਂ ਰਾਹਤ ਮਿਲੀ ਸੀਗੀ। ਫਿਰ ਉਹ ਹੁਣ ਨਿਰੰਜਨ ਸਿੰਘ ਰਿਟਾਇਰ ਹੋ ਚੁੱਕੇ ਆ, ਉਹਨਾਂ ਨੂੰ ਅਜੇ ਵੀ ਡੇਟਸ ਉਵੇਂ ਹੀ ਯਾਦ ਆ ਜਿਵੇਂ ਹੋਣੀਆਂ ਚਾਹੀਦੀਆਂ ਕਿ ਕਦੋਂ ਕਦੋਂ ਕੀ ਵਾਪਰਿਆ। ਹਾਲਾਂਕਿ ਉਹਨਾਂ ਅਜੇ ਰਿਵੀਲ ਨਹੀਂ ਕੀਤਾ, ਇਹ ਅਜੇ ਪੈਂਡਿੰਗ ਹੈ। ਸ਼ਾਇਦ ਮਹਿਕਮੇ ਦੀਆਂ ਕੁਝ ਉਹਨਾਂ ਤੇ ਰਸਮੀ ਹੋਣਗੀਆਂ ਜ਼ਿੰਮੇਵਾਰੀਆਂ, ਪਾਬੰਦੀਆਂ, ਕਦੋਂ ਤੱਕ ਉਹ ਵੀ ਸਾਰਾ ਸੱਚ ਦੱਸਣਗੇ। ਇਹ ਬੜੇ ਵੱਡੇ ਮਸਲੇ ਆ। ਇਸ ਡਰੱਗ ਕੇਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਘਮਾਸਾਨ ਮੱਚਿਆ ਸੀ। ਸਿਆਸੀ ਪਾਰਟੀ ਦੇ ਵਿੱਚ ਉਥਲ ਪੁਥਲ ਹੋਈ ਸੀ ਕਿ ਆਪਣੇ ਰਾਜ ਭਾਗ ਦੇ ਵਿੱਚ ਆਪਣਿਆਂ ਦੇ ਖਿਲਾਫ ਕਿੱਦਾਂ ਖਿੱਚੀਆਂ ਗਈਆਂ ਤਲਵਾਰਾਂ। ਅਜੇ ਤੱਕ ਇਹ ਮਸਲੇ ਤਣ ਪੱਤਣ ਨਹੀਂ ਲੱਗੇ। ਪੰਜਾਬ ਦੀ ਰਾਜਨੀਤੀ ਗੰਦਲੀ ਤੋਂ ਗੰਦਲੀ ਹੁੰਦੀ ਗਈ। ਖੈਰ, ਨਵਕਿਰਨ ਸਿੰਘ ਵਰਗੇ ਜਿਹੜੇ ਐਡਵੋਕੇਟ ਨਵਕਿਰਨ, ਉਹਨਾਂ ਵਰਗੇ ਯੋਧੇ ਜਿੰਨਾ ਚਿਰ ਜਿਉਂਦੇ ਨੇ, ਮੈਨੂੰ ਲੱਗਦਾ ਗੱਲ ਤੁਰਦੀ ਰਹੂਗੀ। ਸਵਾਲ ਇਹ ਪੈਦਾ ਹੁੰਦਾ ਕਿ ਕੀ ਸਾਰਾ ਕੁਝ ਅਦਾਲਤਾਂ ਹੀ ਕਰਨਗੀਆਂ? ਜੇ ਅਦਾਲਤਾਂ ਨਹੀਂ ਕਰਨਾ, ਫਿਰ ਸਰਕਾਰਾਂ ਕਦ ਲਈ ਚੁਣਦੇ ਆ? ਕੈਪਟਨ ਅਮਰਿੰਦਰ ਸਿੰਘ ਲਈ ਪਰਖ ਦੀ ਘੜੀ ਆ ਇਹ ਪ੍ਰੀਖਿਆ, ਉਹਦੇ ਚੋਂ ਪਾਸ ਹੁੰਦੇ ਆ ਕਿ ਫੇਲ ਹੁੰਦੇ ਆ। ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਮੇਰੇ ਨਾਲ ਗੱਲ ਕਰਦਿਆਂ ਬੀਤੇ ਕੱਲ ਮੈਨੂੰ ਇਹ ਜ਼ਰੂਰ ਦੱਸਿਆ ਸੀਗਾ, ਇਹ ਤਾਂ ਹੋਣਾ ਹੀ ਸੀ, ਕਾਰਵਾਈਆਂ ਪੈਣੀਆਂ ਸੀ। ਸਿਆਸਤਦਾਨ ਮਗਰਲੇ 6 ਮਹੀਨਿਆਂ 'ਚ ਕਰਦੇ ਹੁੰਦੇ ਆ। ਹੁਣ ਸਿੱਧੂ ਨੂੰ ਕ੍ਰੈਡਿਟ ਜਾਵੇ ਜਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਾਵੇ ਜਾਂ ਕੋਈ ਹੋਰ ਲੈ ਜੇ, ਲੇਕਿਨ ਸਵਾਲ ਸਿਰਫ ਇੰਨਾ ਹੈ ਕਿ ਅਸੀਂ ਉਡੀਕਦੇ ਰਹਿੰਦੇ ਹਾਂ ਕਿ ਕਾਰਵਾਈ ਉਦੋਂ ਕਰਾਂਗੇ ਜਦੋਂ ਸਾਨੂੰ ਲਾਭ ਹੋਊਗਾ, ਕ੍ਰੈਡਿਟ ਮਿਲੂਗਾ। ਮੈਂ ਭਾਸਕਰ ਸਾਹਿਬ ਇਹ ਤੋਂ ਅਗਲੇ ਮੁੱਦੇ ਤੇ ਜਾਵਾਂ। ਮੈਨੂੰ ਉਹ ਲੂੰ ਕੰਡੇ ਖੜੇ ਕਰਨ ਵਾਲੀ ਸੀਨੀਅਰ ਵਜ਼ੀਰ ਦੀ ਟਿੱਪਣੀ ਕਿ ਤੁਹਾਡੇ ਚਾਕ ਦੇ ਚਾਅ ਹੀ ਨਾ ਰਹਿ ਜਾਣ, ਇਹ ਤੋਂ ਪਹਿਲਾਂ ਕਿ ਰੱਦ ਕੁਝ ਹੋਵੇ, ਅਗਲੇ ਹਾਈ ਕੋਰਟ ਦੇ ਵਿੱਚੋਂ ਐਡਾ ਫਰਲਾ ਲਿਆ ਕੇ ਵਿਖਾ ਦੇਣ, ਆਹ ਲਿਆਂਦਾ ਜੇ ਸਟੇ, ਉਦੋਂ ਕੀ ਕਰੋਗੇ? ਸੋ ਖੈਰ, ਇਸ ਹਮਾਮ 'ਚ ਕੌਣ ਕੌਣ ਕਿੱਥੇ ਕਿੱਥੇ ਕਿਹੜੇ ਕਾਰਨਰ 'ਚ ਹੈ, ਦੇਖਣਾ ਹੋਊਗਾ। ਬਿਜਲੀ ਸਮਝੌਤਿਆਂ ਤੇ ਪੂਰਾ ਦਿਨ ਰਾਜਨੀਤੀ ਹੋ ਰਹੀ ਆ। ਖੋਲ ਕੇ ਦੱਸਿਓ ਜ਼ਰਾ ਕਿ ਇਹ ਬਿਜਲੀ ਸਮਝੌਤੇ ਝਟਕੇ 'ਚ ਰੱਦ ਕੀਤੇ ਜਾ ਸਕਦੇ ਆ ਜਾਂ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਵੀ ਰੱਦ ਕਰਕੇ ਨੈਗੋਸ਼ੀਏਟ ਕੀਤਾ ਜਾ ਸਕਦਾ ਸੀ, ਜਾਂ ਫਿਰ ਅਸੀਂ ਅਫਸਰਾਂ ਦੇ ਹੱਥ ਡੋਰ ਦੇ ਦਿੱਤੀ ਆ, ਜਾਓ ਉਹਨਾਂ ਪ੍ਰਾਈਵੇਟ ਪਲੇਅਰਾਂ ਨਾਲ ਬਹਿ ਕੇ ਫੈਸਲੇ ਕਰਕੇ ਆਓ, ਅੱਗੇ ਕਿੱਦਾਂ ਤੁਰਨਾ ਹੈ। ਕੀ ਕਹਿੰਦੇ ਹੋ ਰੰਧਾਵਾ ਜੀ? ਇਹ ਜਿਹੜੇ 3 ਮੁੱਦੇ ਨੇ, ਖਾਸ ਕਰਕੇ ਬਿਜਲੀ ਸਮਝੌਤੇ, ਡਰੱਗ ਦਾ ਮੁੱਦਾ ਤੇ ਚਲੋ ਹੁਣ ਕਿਸਾਨੀ ਦਾ ਮੁੱਦਾ ਵੀ ਜੁੜ ਗਿਆ, ਉਸ ਤੋਂ ਇਲਾਵਾ ਬੇਅਦਬੀਆਂ ਦਾ ਮੁੱਦਾ। ਤੁਹਾਨੂੰ ਯਾਦ ਹੋਏਗਾ 2017 ਦੇ ਵਿੱਚ ਇਲੈਕਸ਼ਨ ਹੋਏ ਸੀ। ਅਕਾਲੀ ਦਲ ਛੱਡ ਕੇ ਬਾਕੀ ਸਾਰੀ ਆਪੋਜੀਸ਼ਨ ਪਾਰਟੀਆਂ ਇਹਨਾਂ ਮੁੱਦਿਆਂ ਤੇ ਹੀ ਗੱਲ ਕਰਦੀ ਹੁੰਦੀ ਸੀਗੀ, ਔਰ ਹਮੇਸ਼ਾ ਉਹ ਅਕਾਲੀ ਦਲ ਦੇ ਉੱਤੇ ਐਲੀਗੇਸ਼ਨ ਲੱਗਦੇ ਸੀ, ਭਾਵੇਂ ਡਰੱਗ ਦਾ ਮੁੱਦਾ ਹੋਏ, ਭਾਵੇਂ ਬੇਅਦਬੀ ਦਾ ਮੁੱਦਾ ਹੋਏ, ਜਾਂ ਫਿਰ PPA ਐਗਰੀਮੈਂਟ, ਪਾਵਰ ਪਰਚੇਜ਼ ਐਗਰੀਮੈਂਟ ਦਾ ਮੁੱਦਾ। ਹੁਣ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ। 2017 ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਪਹਿਲੇ ਸੁਨੀਲ ਜਾਖੜ, ਉਹਨਾਂ ਜਿਹੜਾ PPCC ਦੇ ਪ੍ਰਧਾਨ ਨੇ, ਘੱਟ ਤੋਂ ਘੱਟ 5 ਪ੍ਰੈਸ ਕਾਨਫਰੰਸਾਂ ਉਹਨਾਂ ਨੇ ਜਲੰਧਰ ਹੀ ਕੀਤੀ ਸੀਗੀ, ਔਰ ਸਾਰੀਆਂ ਦੀ ਸਾਰੀਆਂ ਬੜੀ ਤਿਆਰੀ ਨਾਲ ਕੀਤੀ ਸੀਗੀ, ਜਿੱਦਾਂ ਉਸ PPA ਐਗਰੀਮੈਂਟ ਦੇ ਵਿੱਚ ਕੀ ਫਾਲਟ ਹੈ, ਕਿੰਨਾ ਕੁ ਨੁਕਸਾਨ ਸਰਕਾਰੀ ਖਜ਼ਾਨੇ ਤੋਂ ਹੋ ਰਿਹਾ ਹੈ, ਉਹ ਸਾਰੀ ਡਿਟੇਲ ਦਿੰਦੇ ਹੁੰਦੇ ਸੀ। ਔਰ ਉਹ ਦਾਅਵਾ ਕਰਦੇ ਸੀ ਵੀ ਜਿੱਦਾਂ ਹੀ ਸਾਡੀ ਸਰਕਾਰ ਆਏਗੀ ਉੱਦਾਂ ਹੀ ਅਸੀਂ PPA ਐਗਰੀਮੈਂਟਾਂ ਨੂੰ ਰੱਦ ਕਰ ਦਾਂਗੇ। 3000 ਕਰੋੜ 6000 ਕਰੋੜ ਫਲਾਈ ਕੰਪਨੀ ਨੂੰ ਦਿੱਤਾ। ਔਰ ਇੱਥੇ ਤੱਕ ਕਿ ਸੁਖਬੀਰ ਬਾਦਲ ਉਹਨਾਂ ਨੇ ਤਲਵੰਡੀ ਸਾਬੋ ਦੇ ਬਿਜਲੀ ਜਿਹੜਾ ਪਲਾਂਟ ਲੱਗਣਾ ਸੀਗਾ, ਉਹਦੇ ਭੂਮੀ ਪੂਜਨ ਦੇ ਉੱਤੇ ਇਹ ਵੀ ਅਨਾਉਂਸ ਕੀਤਾ ਸੀਗਾ ਉਸ ਪ੍ਰਾਈਵੇਟ ਐਂਟਰਪ੍ਰੀਨਰ ਨੂੰ ਇਸ਼ਾਰਾ ਕਰਦੇ ਹੋਏ ਕਿ ਜੇ ਕਿਤੇ ਤੁਸੀਂ ਇਹ ਪਲਾਂਟ ਟਾਈਮਲੀ ਲਾਤਾ, ਜਾਓ ਤੁਹਾਨੂੰ 25 ਪੈਸੇ ਯੂਨਿਟ ਹੋਰ ਦਿੱਤੇ। ਯਾਨੀ ਐਦਾਂ ਦੀ ਜੋ ਕਿ ਇੱਕ ਐਗਰੀਮੈਂਟ ਤੋਂ ਵਿਰੁੱਧ ਹੁੰਦੀ ਹੈ, ਔਰ ਸਰਕਾਰੀ ਤੌਰ ਤੇ ਤੁਸੀਂ ਇਹ ਗੱਲ ਕਰ ਨਹੀਂ ਸਕਦੇ, ਕਿਉਂਕਿ ਜੋ ਐਗਰੀਮੈਂਟ ਹੈਗਾ ਉਸ ਤੋਂ ਇਲਾਵਾ ਤੁਸੀਂ 25 ਪੈਸੇ ਵੱਧ ਨਹੀਂ ਦੇ ਸਕਦੇ। ਗੱਲ ਭਾਵੇਂ ਇਹ ਸਿਆਸੀ ਹੋਏ, ਪਰ ਉਹਨਾਂ ਐਗਰੀਮੈਂਟ ਦੀ ਸੀਰੀਅਸਨੈਸ ਨੂੰ ਸਮਝਣਾ ਜਾਂ ਨਾ ਸਮਝਣਾ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਸਟੇਜ ਤੋਂ ਤੁਸੀਂ ਕਹਿੰਦੇ ਹੋ ਕਿ ਅਗਰ ਤੁਸੀਂ ਇਸ ਡੇਟ ਤੱਕ ਇਹ ਪਲਾਂਟ ਬਣਾਤਾ ਤੇ 25 ਪੈਸੇ ਯੂਨਿਟ ਹੋਰ ਦੇਵਾਂਗੇ। ਗੱਲ ਅੱਗੇ ਤੁਰਦੀ ਹੈ। ਜਾਖੜ ਉਹਨਾਂ ਦੀ 5-6 ਪ੍ਰੈਸ ਕਾਨਫਰੰਸਾਂ,
ਪਰ 4.5 ਸਾਲ ਤੱਕ ਉਹਨਾਂ ਗੱਲਾਂ ਦੇ ਉੱਤੇ ਸਿਵਾਏ ਗੱਲਾਂ ਤੋਂ ਕੁਝ ਵੀ ਨਹੀਂ ਹੁੰਦਾ। ਹੁਣ ਚਲੋ ਇੱਕ ਗੱਲ ਤੁਰੀ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੱਲ ਇੱਕ ਚਿੱਠੀ ਲਿਖੀ ਹੈ PSPCL ਨੂੰ ਕਿ ਤੁਸੀਂ ਇਹਨਾਂ PPA ਐਗਰੀਮੈਂਟ ਨੂੰ ਜਾਂ ਰੱਦ ਕਰੋ ਜਾਂ ਇਹਨਾਂ ਨੂੰ ਰਿਵਿਊ ਕਰੋ। ਜਿਹੜੀ ਪਹਿਲੇ ਰੱਦ ਕਰਨ ਵਾਲੀ ਗੱਲ ਹੈਗੀ ਹੈ, ਇਹ ਤੇ ਕੋਈ ਲੇਮੈਨ ਵੀ ਦੱਸ ਸਕਦਾ ਕਿ PSPCL ਦੇ ਕੋਲ ਕੋਈ ਪਾਵਰ ਨਹੀਂ ਹੈਗੀ ਕਿ ਉਹ ਇਹਨਾਂ ਐਗਰੀਮੈਂਟਾਂ ਨੂੰ ਰੱਦ ਕਰ ਸਕਦੇ। ਗੱਲ ਸਮੀਖਿਆ ਦੀ ਜਾਂ ਰਿਵਿਊ ਦੀ ਹੈਗੀ ਹੈ, ਤੇ ਇਹਦੇ ਵਾਸਤੇ ਦੂਜੀ ਪਾਰਟੀ ਦਾ ਰਾਜ਼ੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਤੇ ਆਪਣੇ ਘਰ ਪੱਕੇ ਕਰਕੇ ਪਹਿਲੇ ਹੀ ਬੈਠੇ ਨੇ। ਉਹ ਰਿਵਿਊ ਕਰਕੇ ਕਿਉਂ ਮੰਨਣਗੇ ਜਦ ਤੱਕ ਕਿ ਰੱਦ ਉਹ ਕਰ ਨਹੀਂ ਸਕਦੇ। ਉਹਨਾਂ ਨੂੰ ਵੀ ਪਤਾ ਹੈ ਕਿ ਇਹ ਰੱਦ ਨਹੀਂ ਕਰ ਸਕਦੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੋਰਟ ਤੋਂ ਕੱਲ ਪਰਸੋਂ ਚੌਥ ਕੋਈ ਸਟੇ ਆ ਜਾਏਗਾ, ਇਹਦੇ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੈਗੀ ਹੈ। ਕਾਰਨ ਕਿ ਕਾਨੂੰਨੀ ਤੌਰ ਤੇ ਪਾਵਰ ਜਿਹੜੇ ਪਲਾਂਟ ਦੇ ਓਨਰਸ ਨੇ ਉਹ ਆਪਣੇ ਘਰ ਉਹਨਾਂ ਦੇ ਪੱਕੇ ਹੈਗੇ ਨੇ। ਉਹ ਇੱਕ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣ ਤੇ ਉਹਨਾਂ ਨੂੰ ਸਟੇ ਮਿਲ ਸਕਦਾ ਹੈ, ਕਿਉਂਕਿ ਸਾਰੀ ਗੱਲਾਂ ਡਿਫਾਈਨਡ ਹੈ। ਜਦ ਇਹ ਐਗਰੀਮੈਂਟ ਹੋਏ ਸੀਗੇ ਤਦ ਕੁਝ ਨਹੀਂ ਕੋਈ ਬੋਲਿਆ। ਇਸ ਤੋਂ ਪਹਿਲੇ ਕਿ ਆਮ ਆਦਮੀ ਪਾਰਟੀ 2017 ਦੀ ਚੋਣ ਤੋਂ ਪਹਿਲੇ ਬਿਜਲੀ ਮੁੱਦੇ ਦੇ ਉੱਤੇ ਉਹਨਾਂ ਨੇ 3-4 ਘੰਟੇ ਦੀ ਇੱਕ ਪ੍ਰੈਜੈਂਟੇਸ਼ਨ ਵੀ ਦਿੱਤੀ ਸੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਾਵਰ ਪਰਚੇਜ਼ ਐਗਰੀਮੈਂਟ ਫਾਲਟੀ ਹੈਗੇ ਆ। ਉਹ ਵੀ 4.5 ਸਾਲ ਤੱਕ ਇਸ ਮੁੱਦੇ ਦੇ ਉੱਤੇ ਬਹੁਤਾ ਕੋਈ ਸ਼ੋਰ ਸ਼ਰਾਬਾ ਨਹੀਂ ਪਾ ਸਕੇ। ਇਹੀ ਕਾਰਨ ਹੈ ਕਿ ਸਰਕਾਰ ਅੱਜ ਤੱਕ ਬਚਦੀ ਰਹੀ। ਔਰ ਅੱਜ ਸਿੱਧੂ ਉਹਨਾਂ ਜਿਹਦਾ ਕ੍ਰੈਡਿਟ ਲੈਣਾ ਚਾਹੁੰਦੇ ਨੇ, ਇਹ ਆਪੋਜੀਸ਼ਨ ਪਾਰਟੀਆਂ ਨੂੰ ਵੀ ਕ੍ਰੈਡਿਟ ਜਾ ਸਕਦਾ ਸੀਗਾ ਕਿ ਜੇ ਇਸ ਮੁੱਦੇ ਤੇ ਲਗਾਤਾਰ ਉਹ ਰੋਲਾ ਪਾਉਂਦੇ ਰਹਿੰਦੇ, ਕਿਉਂਕਿ ਕੈਪਟਨ ਸਾਹਿਬ ਨੂੰ ਤੇ ਚੰਗੀ ਤਰ੍ਹਾਂ ਪਤਾ ਹੈ ਕਿ ਇਹਨਾਂ ਐਗਰੀਮੈਂਟ ਦੇ ਵਿੱਚ ਸਰਕਾਰਾਂ ਨੇ ਆਪਣੇ ਹੱਥ ਕੱਟ ਕੇ ਦਿੱਤੇ ਹੋਏ ਨੇ। ਹੁਣ ਉਹ ਕੱਟੇ ਹੋਏ ਹੱਥਾਂ ਤੋਂ ਕਿੱਦਾਂ ਉਹਨਾਂ ਨੂੰ ਰੱਦ ਕਰ ਸਕਦੇ ਨੇ? ਇੱਕੋ ਹੀ ਤਰੀਕਾ ਹੈਗਾ ਇਹਨਾਂ ਨੂੰ ਰੱਦ ਕਰਨ ਦਾ, ਜਿਹੜਾ ਸਿੱਧੂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੈਂਬਲੀ ਦੇ ਵਿੱਚ ਲੈਜਿਸਲੇਸ਼ਨ ਲਿਆ ਕੇ, ਜਿੱਦਾਂ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ 2004 ਸੀਗਾ, ਜਿਹਦੇ ਵਿੱਚ ਪਾਣੀਆਂ ਦੇ ਪੁਰਾਣੇ ਸਾਰੇ ਸਮਝੌਤਿਆਂ ਨੂੰ ਇੱਕ ਬਿੱਲ ਪਾਸ ਕਰਕੇ, ਇੱਕ ਐਕਟ ਪਾਸ ਕਰਕੇ ਖਾਰਿਜ ਕਰਤਾ ਸੀਗਾ। ਔਰ ਉਸ ਤੋਂ ਬਾਅਦ ਉਹ ਗਵਰਨਰ ਕੋਲ ਗਿਆ ਸੀਗਾ ਔਰ ਗਵਰਨਰ ਤੱਕ ਅੱਜ ਤੱਕ ਉਹਦਾ ਕੁਝ ਬਣਿਆ ਨਹੀਂ, ਪਰ ਇੱਕ ਵਾਰ ਅਸੈਂਬਲੀ ਨੇ ਪਾਸ ਜ਼ਰੂਰ ਕਰਤਾ ਸੀਗਾ। ਇੱਦਾਂ ਦਾ ਹੀ ਕੋਈ ਲੈਜਿਸਲੇਸ਼ਨ ਅਸੈਂਬਲੀ ਦੇ ਵਿੱਚ ਲਿਆ ਕੇ ਇਸ ਮੁੱਦੇ ਦਾ ਹੱਲ ਹੋ ਸਕਦਾ ਹੈ। ਅਦਰਵਾਈਜ਼ ਦਾ ਚਿੱਠੀ ਖੇਡਣ ਨਾਲ ਇਸ ਮੁੱਦੇ ਦਾ ਹੱਲ ਨਹੀਂ ਹੋਣਾ। ਔਰ ਇਸ ਮੁੱਦੇ ਤੇ ਸਿਰਫ ਔਰ ਸਿਰਫ ਪੋਲਿਟਿਕਸ ਹੈ, ਔਰ ਉਸ ਪੋਲਿਟਿਕਸ ਤੋਂ ਲੋਕਾਂ ਨੂੰ ਕੁਝ ਨਹੀਂ ਮਿਲਣਾ। ਕਾਰਨ ਆਪਣੇ ਘਰ ਉਹਨਾਂ ਦੇ ਪਾਵਰ ਪਲਾਂਟ ਓਨਰਸ ਦੇ ਪੱਕੇ ਹੈਗੇ ਨੇ। ਉਹਦੇ ਵਿੱਚੋਂ ਭਾਵੇਂ ਇਹ ਕਿਹਾ ਗਿਆ ਸੀਗਾ ਕਿ ਇੱਕ ਸਟੈਂਡਰਡ ਐਗਰੀਮੈਂਟ ਜਿਹੜਾ ਸੈਂਟਰ ਨੇ ਮਨਮੋਹਨ ਸਿੰਘ ਸਰਕਾਰ ਨੇ ਬਣਾਇਆ ਸੀਗਾ, ਉਸ ਐਗਰੀਮੈਂਟ ਦੇ ਉੱਤੇ ਹੀ ਇਹ ਵਾਲਾ ਐਗਰੀਮੈਂਟ ਹੀ ਬੇਸ ਹੈਗਾ। ਜਾਂ ਫਿਰ ਗੁਜਰਾਤ ਮਾਡਲ ਦੀ ਗੱਲ ਉਸ ਟਾਈਮ ਸੁਖਬੀਰ ਬਾਦਲ ਉਹਨਾਂ ਕਰਦੇ ਸੀਗੇ ਕਿ ਜਿਹੜੇ ਪ੍ਰਾਈਵੇਟ ਪਾਵਰ ਪਲਾਂਟਸ ਗੁਜਰਾਤ ਵਿੱਚ ਲੱਗੇ ਨੇ, ਜੋ ਐਗਰੀਮੈਂਟ ਉੱਥੇ ਹੋਏ ਨੇ, ਉਹਨਾਂ ਐਗਰੀਮੈਂਟ ਦੀ ਸੇਮ ਟੂ ਸੇਮ ਕਾਪੀ ਅਸੀਂ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀ ਹੈ। ਪਰ ਬੜੀ ਚਲਾਕੀ ਨਾਲ ਉਹਦੇ ਵਿੱਚੋਂ 3-4 ਕਲੌਜ਼ਾਂ ਚੇਂਜ ਕਰਤੀ ਸੀ, ਜਿਹਦੇ ਹਿਸਾਬ ਨਾਲ ਸਰਕਾਰ ਦੇ ਪੱਲੇ ਕੁਝ ਨਹੀਂ ਰਿਹਾ। ਅਸੀਂ ਪਹਿਲੇ ਵੀ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਪ੍ਰਾਈਵੇਟ ਯੂਨੀਵਰਸਿਟੀ ਵੀ ਜਿਹੜੀ ਪੰਜਾਬ ਦੇ ਵਿੱਚ ਲੱਗੀ ਆ, ਉਹਨਾਂ ਦੇ ਵੀ ਐਕਟ ਦੇ ਵਿੱਚ ਐਦਾਂ ਹੀ ਕੁਝ ਹੈਗਾ ਜਿਹਦੇ ਵਿੱਚ ਸਰਕਾਰ ਦੇ ਪੱਲੇ ਕੁਝ ਨਹੀਂ। ਔਰ ਇਹਨਾਂ ਕੋਲ ਇਹ ਰਾਈਟ ਨਹੀਂ ਹੈਗਾ ਕਿ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਕੋਈ ਘਪਲਾ ਹੁੰਦਾ ਹੈ, ਕੋਈ ਐਮਬੈਜ਼ਲਮੈਂਟ ਆਫ ਫੰਡ ਹੁੰਦਾ ਹੈ, ਤੇ ਉਹ ਅੰਦਰ ਜਾ ਕੇ ਉਹਦੀ ਚੈਕਿੰਗ ਵੀ ਕਰ ਪਾਣ। ਇਹ ਤੇ ਮੁੱਦੇ ਪੂਰੇ ਨੇ, ਅੱਗੇ ਤੱਕ ਜਾਣਗੇ। ਇਸ ਮੁੱਦੇ ਤੇ 2022 ਦੀ ਪੋਲੀਟੀਕਲ ਸਟੇਜ ਜ਼ਰੂਰ ਤਿਆਰ ਹੋ ਰਹੀ ਹੈ ਕਿ 2022 ਦੇ ਇਹਨਾਂ ਮੁੱਦਿਆਂ ਤੋਂ ਕਾਂਗਰਸ ਚੱਕੇਗੀ ਕਿ ਦੇਖੋ ਜੀ ਅਕਾਲੀਆਂ ਨੇ ਉਹ ਕੀਤਾ ਸੀਗਾ ਜਿਹੜੇ 2017 ਦੇ ਵਿੱਚ ਕਰਦੇ ਸੀਗੇ। ਔਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕੋਰਟਾਂ ਤੋਂ ਸਟੇ, ਮੈਨੂੰ ਲੱਗਦਾ ਵੀ ਕੱਲ ਪਰਸੋਂ ਆਇਆ ਖੜਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਹ ਕਹਿੰਦੇ ਹੁੰਦੇ ਨਾ, ਪੰਜਾਬੀ ਦੀ ਕਹਾਵਤ ਆ, ਹੈ ਤਾਂ ਹੋਰ ਤਰ੍ਹਾਂ ਦੀ, ਜਰਾ ਚਲੋ ਬੋਲ ਹੀ ਦਿੰਦੇ ਆ ਕਿ ਜਿੰਨਾ ਤੰਗ ਸਵਾਈਆਂ ਹੁੰਦੀਆਂ ਉਹਨਾਂ ਰਾਹ ਵੀ ਰੱਖੇ ਹੁੰਦੇ ਆ। ਮੈਨੂੰ ਸਵੇਰੇ ਮੈਂ ਪ੍ਰੋਗਰਾਮ ਕੀਤਾ ਸੀ ਇੰਜੀਨੀਅਰ ਦਰਸ਼ਨ ਸਿੰਘ ਭੁੱਲਰ ਸਾਹਿਬ ਨਾਲ। ਉਹਨਾਂ ਨੇ ਇੱਕ ਮੈਨੂੰ ਸੁਨੇਹਾ ਭੇਜਿਆ ਸੀ ਟੈਕਸਟ, ਐਡਵੋਕੇਟ SC ਅਰੋੜਾ ਨੇ ਕੋਈ ਟਿੱਪਣੀ ਕੀਤੀ ਸੀ ਤੇ ਉਹਦੇ ਉੱਤੇ ਮੇਰਾ ਖਿਆਲ ਅੱਗੇ ਜਾ ਕੇ ਗਰਗ ਸਾਹਿਬ ਨੇ ਕੁਝ ਲਿਖਿਆ। ਹੁਣ ਮੈਂ ਤੁਹਾਨੂੰ ਇਹਦੇ ਨਾਲ ਇੱਕ ਪੰਜਾਬੀ ਦੇ ਬਹੁਤ ਵੱਡੇ ਕਵੀ ਆ ਜਿਹੜੇ ਕਦੇ ਲੁਧਿਆਣੇ 'ਚ ਬੁੱਢੇ ਨਾਲੇ ਦੀ ਸਰਵਾਈਵਲ ਨੂੰ ਲੈ ਕੇ ਜਾਂ ਉਹਨੂੰ ਸਾਫ਼ ਕਰਨ ਨੂੰ ਲੈ ਕੇ ਉਹ ਵੀ ਮੁਹਿੰਮ ਚਲਾਉਂਦੇ ਰਹੇ ਆ। ਉਹਨਾਂ ਨੇ ਵੀ ਮੈਨੂੰ ਉਹੀ ਭੇਜਿਆ। ਉਹਦੇ 'ਚ SC ਅਰੋੜਾ ਲਿਖਦੇ ਸੀ, ਤੇਰੇ ਨੀ ਕਰਾਰਾ ਮੈਨੂੰ ਪੱਟਿਆ। ਜੇਕਰ ਅਜੋਕੀ ਸਰਕਾਰ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਤੋੜਦੀ ਹੈ ਤਾਂ ਆਉਣ ਵਾਲੀ ਸਰਕਾਰ ਨੂੰ ਅਰਬਾਂ ਖਰਬਾਂ ਦੇ ਹਰਜਾਨੇ ਦੇ ਕੇਸਾਂ ਦਾ ਸਾਹਮਣਾ ਕਰਨਾ ਪਵੇਗਾ। ਕਰਾਰ ਤੋੜਨੇ ਆਸਾਨ ਨਹੀਂ ਹੁੰਦੇ, ਅਜਿਹਾ ਕਰਨ ਲਈ ਬਹੁਤ ਹੀ ਹਿੰਮਤ ਦੀ ਲੋੜ ਹੁੰਦੀ ਹੈ। ਇਹ ਬੱਚਿਆਂ ਦਾ ਖੇਲ ਨਹੀਂ ਕਿ ਜਦੋਂ ਮਰਜ਼ੀ ਜਾਂ ਕੱਟੀ ਕਹਿ ਕੇ ਯਾਰੀ ਤੋੜ ਦਿਓਗੇ। ਲੇਕਿਨ ਥੱਲੇ ਆਪਣਾ ਗਰਗ ਸਾਹਿਬ ਸ਼ਾਇਦ ਟਿੱਪਣੀ ਦੇ ਰਹੇ ਆ, ਜੇ ਮੈਂ ਗਲਤ ਨਹੀਂ, ਬਿਲਕੁਲ
ਉਹ ਕਹਿ ਰਹੇ ਆ, ਕਹਿੰਦੇ ਹਾਂ ਇੱਕ ਇਮਾਨਦਾਰੀ ਵਾਲਾ ਤਰੀਕਾ ਕਿ ਪੁਰਾਣੇ ਬਿਜਲੀ ਮੰਤਰੀ, ਮੁੱਖ ਮੰਤਰੀ ਅਤੇ ਬਿਜਲੀ ਕੰਪਨੀਆਂ ਦੇ ਵਿਰੁੱਧ ਪ੍ਰਦੇਸ਼ ਨਾਲ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਦੋਸ਼ ਲਾ ਕੇ FIR ਦਰਜ ਕਰਾ ਕੇ ਉਹਦੇ ਆਧਾਰ ਤੇ ਕਰਾਰ ਰੱਦ ਕਰ ਦਿੱਤੇ ਜਾਣ। ਫਿਰ ਚਾਹੇ ਨਤੀਜਾ ਕੁਝ ਵੀ ਹੋਵੇ, ਅਜਿਹਾ ਕਦਮ ਮਰਦਾਂ ਵਾਲਾ ਕਦਮ ਹੋਵੇਗਾ। ਲੇਕਿਨ ਨਾਲ ਦੀ ਨਾਲ ਅਗਲਾ ਕਦਮ ਕਿ ਇਹਨੂੰ ਵਿਧਾਨ ਸਭਾ 'ਚ, ਜਿਹੜੀ ਗੱਲ ਅੱਜ ਰੌਲਾ ਪੈਂਦਾ ਰਿਹਾ ਕਿ ਆਓ ਵਿਧਾਨ ਸਭਾ 'ਚ ਮਿਲਦੇ ਆ, ਵਿਧਾਨ ਸਭਾ 'ਚ ਬੜੀ ਵਾਰੇ ਮਿਲੇ, ਲੇਕਿਨ ਮੁੜ ਕੇ ਹੌਲੀ ਜੀ ਜਿਹੜਾ ਬਿੱਲ ਪਾਸ ਕਰ ਦਿਓ ਉਹ ਕੇਂਦਰ ਨੂੰ ਭੇਜ ਦਿਓ, ਪਤਾ ਨਹੀਂ ਰਾਜ ਕਿੱਥੇ ਅਟਕ ਜਾਂਦਾ। ਅਜੇ ਖੇਤੀ ਕਾਨੂੰਨਾਂ ਵਾਲਾ, ਜਿਹੜੇ ਰੱਦ ਕਰਨ ਵਾਲੇ, ਉਹਨਾਂ ਵਾਲਾ ਬਿੱਲ ਵੀ ਰਾਹ 'ਚ ਹੀ ਅਟਕਿਆ ਪਿਆ। ਉਸ ਤੋਂ ਪਹਿਲਾਂ ਜਿਹੜਾ CBI ਨੂੰ ਕੇਸ, ਬੇਅਦਬੀ ਮਾਮਲਿਆਂ ਦੇ CBI ਤੋਂ ਵਾਪਸ ਲੈਣ ਵਾਲਾ ਕੇਸ ਸੀ, ਉਹ ਵੀ ਘੱਟੇ ਕੌਡੀ ਰੁਲਦਾ ਰਿਹਾ, ਰਾਹਾਂ 'ਚ ਫਿਰਦਾ ਰਿਹਾ। ਵਿਧਾਨ ਸਭਾ ਦਾ ਮੰਚ ਸਮਰੱਥ ਮੰਚ ਹੈ ਇਹਨਾਂ ਚੀਜ਼ਾਂ ਲਈ ਜੀ? ਵਿਧਾਨ ਸਭਾ ਦੇ ਵਿੱਚ ਸੂਬੇ ਨੂੰ ਕਈ ਇਖਤਿਆਰ ਹੁੰਦੇ ਨੇ, ਉਹ ਆਪਣੇ, ਜਿੱਦਾਂ ਗੱਲ ਚੱਲਦੀ ਹੈ ਕਿ ਜਿਹੜੇ 3 ਕਾਨੂੰਨ ਖੇਤੀਬਾੜੀ ਦੇ ਵਾਸਤੇ ਜਿਹੜੇ ਬਣਾਏ ਨੇ ਕੇਂਦਰ ਨੇ, ਉਹ ਕੇਂਦਰ ਦੇ ਇਖਤਿਆਰ ਦੇ ਵਿੱਚ ਨਹੀਂ ਆਉਂਦੇ, ਕਿਉਂਕਿ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਇਹ ਇੱਕ ਮੋਟੀ ਗੱਲ ਹੈਗੀ ਹੈ। ਔਰ ਭਾਜਪਾ ਦੀ ਕੇਂਦਰ ਸਰਕਾਰ ਇਸ ਗੱਲ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਕਹਿੰਦੇ ਇਹਦੇ ਵਿੱਚ ਅਸੀਂ ਕੋਈ ਖੇਤੀਬਾੜੀ ਦੀ ਗੱਲ ਨਹੀਂ ਕੀਤੀ, ਅਸੀਂ ਤੇ ਕਾਰਪੋਰੇਟ ਸੈਕਟਰ ਦੀ ਗੱਲ ਕੀਤੀ ਹੈ। ਅਸੀਂ ਜੋ ਵੀ ਗੱਲਾਂ, ਇਸ ਐਕਟ ਦਾ ਆਧਾਰ ਹੀ ਹੈ ਵੇ ਕਿ ਕਾਰਪੋਰੇਟ ਕੰਪਨੀਆਂ ਆਉਣਗੀਆਂ, ਉਹ ਐ ਕਰਨਗੀਆਂ। ਔਰ MSP, ਖੇਤੀਬਾੜੀ ਦੀ ਮੰਡੀ ਸਿਸਟਮ, ਉਹਨਾਂ ਦੇ ਬਾਰੇ 'ਚ ਅਸੀਂ ਕਿਸੇ ਵੀ ਜਗ੍ਹਾ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਨੂੰ ਅਸੀਂ ਛੇੜਾਂਗੇ। ਉਹ ਇਸ ਕਰਕੇ ਕਹਿੰਦੇ ਨੇ ਵੀ ਇਹ ਕੇਂਦਰ ਦਾ ਸਿਸਟਮ ਹੈਗਾ ਜਿਹਦੇ ਵਿੱਚ ਉਹ ਕਾਰਪੋਰੇਟ ਦੇ ਵਾਸਤੇ ਕੋਈ ਨਵੇਂ ਰੂਲ ਲੈ ਕੇ ਆ ਸਕਦੇ ਨੇ। ਪਰ ਗੱਲ ਤੇ ਅਸਲੀ ਹੈ ਵੇ ਕਿ ਸਟੇਟ ਦਾ ਸਬਜੈਕਟ ਹੁੰਦਾ ਐਗਰੀਕਲਚਰ, ਔਰ ਐਗਰੀਕਲਚਰ ਦੇ ਉੱਤੇ ਕੋਈ ਵੀ ਕੇਂਦਰ ਅਗਰ ਕਾਨੂੰਨ ਬਣਾਉਂਦਾ ਹੈ ਤੇ ਉਹ ਅਨਕਨਸਟੀਟਿਊਸ਼ਨਲ ਹੈਗਾ, ਕਿਉਂਕਿ ਇਹ ਕੋਈ ਕੰਕਰੈਂਟ ਲਿਸਟ ਦੇ ਵਿੱਚ ਆਈਟਮ ਨਹੀਂ ਆਉਂਦੀ। ਕੰਕਰੈਂਟ ਲਿਸਟ ਦੇ ਵਿੱਚ ਵੀ ਕੁਝ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਕੇਂਦਰ ਨੂੰ ਵੀ ਇਖਤਿਆਰ ਹੁੰਦਾ ਹੈ, ਉਹ ਆਪਣੇ ਪੱਧਰ ਤੇ ਕੋਈ ਕਾਨੂੰਨ ਬਣਾ ਸਕਦੇ ਨੇ। ਪਰ ਸਟੇਟ ਦੇ ਇਖਤਿਆਰ ਦੇ ਵਿੱਚ ਐਗਰੀਕਲਚਰ ਹੈ, ਬੜਾ ਕਲੀਅਰਲੀ ਰਿਟਨ ਹੈਗਾ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ। ਔਰ ਉਸ ਗੱਲ ਦੇ ਬੇਸ ਤੇ ਸੁਖਬੀਰ ਬਾਦਲ ਹੋਣਾ ਜਾਂ ਹੁਣ ਜਿਹੜੇ ਨਵਜੋਤ ਸਿੰਘ ਸਿੱਧੂ ਹੋਣਾ ਇਹ ਗੱਲ ਮੰਨਦੇ ਨੇ ਕਿ ਅਸੈਂਬਲੀ ਦੇ ਵਿੱਚ ਬੁਲਾ ਕੇ ਪਹਿਲੇ ਅਸੀਂ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ ਉਹਦੇ ਵਿੱਚ ਅਮੈਂਡਮੈਂਟਸ ਮੰਗੀ ਸੀਗੀ, ਔਰ ਉਹਨਾਂ ਅਮੈਂਡਮੈਂਟਸ ਦੇ ਉੱਤੇ ਹੁਣ ਨਾ ਤੇ ਕਿਸਾਨ ਤਿਆਰ ਹੈ, ਸਰਕਾਰ ਤੇ ਸਾਡੀ ਪੰਜਾਬ ਸਰਕਾਰ ਤੇ ਪਹਿਲੇ ਵੀ ਇਸ ਮੁੱਦੇ ਤੇ ਤਿਆਰ ਸੀਗੀ, ਲੇਕਿਨ ਹੁਣ ਡਿਮਾਂਡ ਨਵੀਂ ਪੈਦਾ ਹੋਈ ਹੈ ਕਿ ਇਹਨਾਂ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਕੇ ਇਹ ਰੈਜ਼ੋਲੂਸ਼ਨ ਪਾਸ ਕੀਤਾ ਜਾਏ ਕਿ ਅਗਰ ਇਹ ਕਾਨੂੰਨ ਇੰਪਲੀਮੈਂਟ ਹੁੰਦੇ ਹੈ ਤੇ ਸੂਬੇ ਦੇ ਵਿੱਚ ਇਹ ਕਾਨੂੰਨ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਸਰਕਾਰ ਦੇ ਅੰਡਰ ਇੰਪਲੀਮੈਂਟ ਨਹੀਂ ਹੋਣਗੇ। ਇਹ ਰੈਜ਼ੋਲੂਸ਼ਨ ਪਾਸ ਕਰਕੇ ਗਵਰਨਰ ਨੂੰ ਭੇਜਿਆ ਜਾਏਗਾ। ਅੱਗੇ ਗਵਰਨਰ ਸਾਹਿਬ ਰਾਸ਼ਟਰਪਤੀ ਕੋਲ ਕਿੱਦਾਂ ਸਾਈਨ ਕਰਾਉਂਦੇ ਨੇ, ਨਹੀਂ ਕਰਾਉਂਦੇ, ਜਾਂ ਅੱਗੇ ਭੇਜਦੇ ਹੈ ਜਾਂ ਨਹੀਂ ਭੇਜਦੇ, ਇਹ ਮਾਮਲਾ ਲਟਕਿਆ ਜ਼ਰੂਰ ਰਹੇਗਾ। ਪਰ ਫਿਲਹਾਲ ਉਸ ਤੋਂ ਇੱਕ ਗੱਲ ਸਾਬਿਤ ਹੋ ਜਾਏਗੀ ਕਿ ਸੂਬੇ ਦੇ ਵਿੱਚ ਇਹ 3 ਕਾਨੂੰਨ ਇੰਪਲੀਮੈਂਟ ਕਦੀ ਵੀ ਨਹੀਂ ਹੋਣਗੇ। ਭਾਸਕਰ ਸਾਹਿਬ, ਮੈਨੂੰ ਆਪਾਂ ਪ੍ਰੋਗਰਾਮ ਸਵੇਰੇ ਕੀਤਾ ਭੁੱਲਰ ਸਾਹਿਬ ਨਾਲ, ਉਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਮੈਸੇਜ ਮੈਨੂੰ ਆਇਆ ਜਿਹੜਾ ਮੈਂ ਸਵੇਰੇ ਨਹੀਂ ਦੇਖ ਸਕਿਆ। ਮੈਂ ਮਾਫੀ ਚਾਹੁੰਦਾ ਦੋਸਤੋ, ਮੇਰਾ ਧਿਆਨ ਨਾਲ ਦੀ ਨਾਲ ਭਾਸਕਰ ਸਾਹਿਬ ਦੀ ਗੱਲਬਾਤ ਦੇ ਨਾਲ ਨੀਚੇ ਸੀ ਆਪਣੇ ਫੋਨ ਦੀ ਸਕਰੀਨ ਤੇ, ਮੈਂ ਉਹ ਪੜ੍ਹਨਾ ਚਾਹੂੰਗਾ। ਉਹ ਕਹਿੰਦੇ ਕਿ ਸਾਡੀ ਚਰਚਾ 'ਚ ਇੱਕ ਗੱਲ ਰਹਿ ਗਈ ਸੀ, ਸਮਝੌਤਿਆਂ ਦੇ ਆਰਟੀਕਲ 14.2 ਮੁਤਾਬਕ ਜੇਕਰ ਮੋਟੇ ਤੌਰ ਤੇ PSPCL ਡਿਫਾਲਟਰ ਹੋ ਜਾਂਦਾ ਹੈ ਤਾਂ ਸੈਲਰ ਜਿਹੜਾ ਨਿੱਜੀ ਥਰਮਲ ਵਾਲਾ ਹੈ ਉਹ PSPCL ਨੂੰ ਬਕਾਇਆ ਰਕਮ ਭਰਨ ਲਈ ਨੋਟਿਸ ਦੇਵੇਗਾ। ਠੀਕ ਹੈ ਜੀ। ਔਰ ਬਕਾਇਆ ਰਕਮ ਨਾ ਭਰਨ ਦੀ ਸੂਰਤ ਵਿੱਚ ਕੰਪਨੀ ਕਿਸੇ ਨੂੰ ਵੀ ਆਪਣੀ ਬਿਜਲੀ ਥਰਡ ਪਾਰਟੀ ਨੂੰ ਵੇਚ ਸਕੇਗਾ। ਮਤਲਬ ਇਹਦਾ ਹੁਣ ਅਗਲਾ ਬੜਾ ਅਹਿਮ, ਜੇ ਦੋਸਤੋ ਸੁਣਿਓ, ਕਿ ਸਿਰਫ ਇੱਕੋ ਹੀ ਰਾਹ ਬਚਦਾ। ਉਹ ਕਹਿੰਦੇ ਕਿ ਜਿਹੜੀ ਬਿਜਲੀ ਕਾਰਪੋਰੇਸ਼ਨ ਹੈ ਉਹ ਆਪਣੇ ਆਪ ਨੂੰ ਡਿਫਾਲਟਰ ਘੋਸ਼ਿਤ ਕਰ ਦੇ, ਡਿਫਾਲਟਰ ਘੋਸ਼ਿਤ ਕਰਕੇ ਹੀ ਜਾਨ ਛੁੱਟ ਸਕਦੀ ਹੈ। ਉਹ ਕਹਿੰਦਾ ਕਿ ਜੇ ਸਥਿਤੀ ਇਸ ਪ੍ਰਕਾਰ ਰਹਿੰਦੀ ਆ ਤਾਂ ਇਸ ਨਿਗਮ ਨੂੰ 3 ਸਾਲ ਦੇ ਕਪੈਸਿਟੀ ਚਾਰਜਸ ਦੇਣੇ ਪੈਣਗੇ, ਜੋ 3 ਥਰਮਲਾਂ ਦੇ ਤਕਰੀਬਨ 10,000 ਕਰੋੜ ਬਣਦੇ ਆ। 10,000 ਕਰੋੜ ਜੇ ਸਥਿਤੀ ਹੁਣ ਜਿਹਦੇ 'ਚ ਅੱਜ ਆਪਾਂ ਚੱਲ ਰਹੇ ਹਾਂ। ਔਰ ਇਹ ਰਕਮ ਇੱਕੋ ਵੇਲੇ ਨਹੀਂ ਬਲਕਿ ਮਹੀਨਾਵਾਰ ਦੇਣੀ ਹੋਵੇਗੀ। ਇਸੇ ਤਰ੍ਹਾਂ ਡਿਫਾਲਟਿੰਗ ਡੇਟ ਤੋਂ 3 ਸਾਲ ਬਾਅਦ ਸਮਝੌਤਾ ਆਪਣੇ ਆਪ ਰੱਦ ਸਮਝਿਆ ਜਾਵੇਗਾ। ਇਹ ਜਿਹੜਾ ਜੇ ਮੰਨ ਲਓ ਡਿਫਾਲਟ ਘੋਸ਼ਿਤ ਕਰਦੀ ਆਪਣੇ ਆਪ ਨੂੰ, ਔਰ ਇਸ ਰਕਮ ਵਿੱਚੋਂ ਜੋ ਕਪੈਸਿਟੀ ਚਾਰਜਸ ਥਰਡ ਪਾਰਟੀ ਤੋਂ ਲਏ ਚਾਰਜਸ ਘਟਾਏ ਜਾਣਗੇ ਤੇ ਜੇਕਰ ਕੀਮਤਾਂ 'ਚ ਵਾਧਾ ਹੁੰਦਾ ਹੈ ਤਾਂ 11-12,000 ਕਰੋੜ ਰੁਪਇਆ ਦੇਣਾ ਪਏਗਾ। ਉਹ ਕਹਿੰਦੇ ਹੁਣ ਤੱਕ ਬਿਨਾਂ ਬਿਜਲੀ ਵਰਤੇ ਤਕਰੀਬਨ 5700 ਕਰੋੜ ਦੇ ਦਿੱਤਾ ਗਿਆ ਤੇ ਇਹ ਰਫ਼ਤਾਰ ਤੇ ਅਗਲੇ ਸਾਲਾਂ ਵਿੱਚ 20,000 ਕਰੋੜ ਹੋਰ ਦੇਣਾ ਪਵੇਗਾ। ਸੋ ਇੱਕੋ ਹੀ ਤਰੀਕਾ ਰਹਿ ਜਾਂਦਾ ਕਿ PSPCL ਆਪਣੇ ਆਪ ਨੂੰ ਡਿਫਾਲਟਰ ਘੋਸ਼ਿਤ ਕਰੇ ਤੇ ਇਹ ਜਿਹੜੇ ਅਦਾਲਤੀ ਮਸਲਿਆਂ
'ਚ ਝਗੜੇ ਫਸਣਗੇ ਤੇ ਜਿਹਦੇ ਵਿੱਚ ਦੂਜੀਆਂ ਜਿਹੜੇ ਥਰਮਲ ਪਲਾਂਟ ਹੈਗੇ ਆ ਉਹ ਕਿਸੇ ਹੋਰ ਨੂੰ ਬਿਜਲੀ ਵੇਚਣ ਲਈ ਪਾਬੰਦ ਹੋਣਗੇ। ਅਦਰਵਾਈਜ਼ ਜਿੰਨਾ ਚਿਰ ਇਹ ਨਿਗਮ ਕਾਰਪੋਰੇਸ਼ਨ ਜਿੰਦੀ ਆ, ਇਹਨੂੰ ਖੜੇ ਖਲੋਤੇ ਸਫੈਦ ਹਾਥੀਆਂ ਨੂੰ ਚਾਰਾ ਪਾਉਣਾ ਹੀ ਪਏਗਾ, ਜਿਹੜਾ ਬੜਾ ਮਹਿੰਗਾ ਹੈ। ਜਾਂਦੇ ਜਾਂਦੇ ਭਾਸਕਰ ਸਾਹਿਬ ਮੈਨੂੰ ਇਹ ਦੱਸਿਓ, ਸਿਆਸਤ ਦੇ ਮੁੱਦੇ ਤਾਂ ਬੜੇ ਹੋ ਗਏ, ਪੰਜਾਬ ਦੇ ਮੁੱਦੇ ਕਿਸੇ ਕੋਲ ਨਹੀਂ ਗਏ। ਪੰਜਾਬ ਦਾ ਮੁੱਦਾ ਤੇ ਇਹ ਸੀਗਾ ਕਿ ਸਾਰੇ ਹੀ ਸਰਬ ਪਾਰਟੀ ਮੀਟਿੰਗ 'ਚ ਇਕੱਠੇ ਹੋ ਜਾਂਦੇ, ਵਿਧਾਨ ਸਭਾ ਦਾ ਸੈਸ਼ਨ ਸੱਦ ਕੇ 2-3 ਮਸਲੇ ਇਕੱਠੇ ਹੀ ਨਿਬੇੜ ਦਿੰਦੇ, ਠੀਕ ਹੈ ਨਾ ਜੀ। ਔਰ ਮੈਂ ਤਾਂ ਕਹਿੰਦਾ ਕਿ ਜਿਹੜਾ ਅਦਾਲਤੀ ਮਾਮਲਾ, ਡਰੱਗ ਮਾਮਲਾ ਸੀ ਜਾਂ ਬਾਕੀ ਵੀ ਸੀਗੇ, ਉਹਨਾਂ ਨੂੰ ਵੀ ਕੋਈ ਫਾਸਟ ਟਰੈਕ ਲਾ ਕੇ ਮਹੀਨੇ 'ਚ ਨਿਬੇੜ ਕੇ ਗਾਂਹ ਮਾਰਦੇ, ਪਤਾ ਲੱਗਦਾ ਕਿ ਕੋਈ ਪੰਜਾਬੀ ਮਰਦ ਜਿਉਂਦੇ ਵੀ ਹੈ। ਖੈਰ, ਅਗਲੀ ਗੱਲ ਤੇ ਮੈਂ ਗੱਲ ਖਤਮ ਕਰ ਦੇਣੀ ਆ। 117 ਵਿਧਾਨ ਸਭਾ ਹਲਕੇ ਨੇ ਤੇ ਇਸ ਵਾਰੀ ਉਮੀਦਵਾਰ ਮੈਨੂੰ ਲੱਗਦਾ, ਉਮੀਦਵਾਰ ਪਾਰਟੀਆਂ ਦੇ ਉਮੀਦਵਾਰ ਦੇਖੋ ਪ੍ਰਾਈਵੇਟ ਤੌਰ ਤੇ ਜਿਹੜੇ ਲੜਦੇ ਹੁੰਦੇ ਆ, ਆਜ਼ਾਦ ਇੰਡੀਪੈਂਡੈਂਟ, ਉਹ ਤਾਂ ਬਹੁਤ ਹੋ ਜਾਂਦੇ ਆ। ਉਹ ਤਾਂ ਕਈ ਪਾਰਟੀਆਂ ਸੇਮ ਨਾਵਾਂ ਵਾਲੇ ਦੂਜੇ ਉਮੀਦਵਾਰਾਂ ਦੀ ਕਨਫਿਊਜ਼ਨ ਪੈਦਾ ਕਰਨ ਲਈ ਵੀ ਖਿਲਾਰ ਦਿੰਦੇ। ਇਸ ਵਾਰੀ ਮੈਨੂੰ ਲੱਗਦਾ ਪਾਰਟੀਆਂ ਦੇ ਉਮੀਦਵਾਰੀ ਹਰ ਹਲਕੇ ਦੇ ਵਿੱਚ 10 ਦੇ ਕਰੀਬ ਹੋਣਗੇ। ਕੀ ਕਹਿੰਦੇ ਹੋ? ਮੁੱਦੇ ਸੇਮ ਰਹਿਣਗੇ, ਕਾਂਵਾਂ ਰੌਲੀ ਖੋਪ ਪਊਗੀ, ਪੰਜਾਬੀਆਂ ਦਾ ਸਰਮਾਇਆ ਪਾਣੀ ਵਾਂਗ ਰੁੜੇਗਾ ਸ਼ਰਾਬ ਦੇ ਰੂਪ 'ਚ ਤੇ ਬਾਕੀ ਪ੍ਰਚਾਰ ਦੇ ਰੂਪ 'ਚ, ਲੇਕਿਨ ਬੋਝ ਵੱਧਦਾ ਜਾਊਗਾ। ਬੋਝ ਘਟਾਉਣ ਦਾ ਕਿਸੇ ਕੋਲ ਹੱਲ ਹੈ ਨਹੀਂ। ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਵਾਰੀ ਵਾਲੀ ਰਾਜਨੀਤੀ ਚੱਲਦੀ ਹੈ ਵੀ ਇੱਕ ਵਾਰੀ ਅਕਾਲੀ ਦਲ, ਇੱਕ ਵਾਰੀ ਕਾਂਗਰਸ, ਇੱਕ ਵਾਰੀ ਫਿਰ ਅਕਾਲੀ ਦਲ। ਚਲੋ ਪਹਿਲੇ ਪਿਛਲੇ 10 ਸਾਲ ਯਾਨੀ 2007 ਤੋਂ ਲੈ ਕੇ 2017 ਤੱਕ ਉਹ ਜ਼ਰੂਰ ਅਕਾਲੀ ਦਲ ਦੀ ਲਗਾਤਾਰ 2 ਵਾਰ ਸਰਕਾਰ ਬਣੀ ਹੈ, ਪਰ ਉਸ ਤੋਂ ਪਹਿਲੇ ਵੀ ਔਰ ਹੁਣ ਵੀ ਨਹੀਂ ਲੱਗਦਾ ਕਿ ਇੱਦਾਂ ਦੇ ਹਾਲਾਤ ਹੋਣਗੇ ਕਿ ਕੋਈ ਸਰਕਾਰ ਰਿਪੀਟ ਕਰ ਰਹੀ ਹੈ। ਪਰ ਹਾਲਾਤ ਪੰਜਾਬ ਦੀ ਪੋਲੀਟੀਕਲ ਸਿਸਟਮ ਦੇ, ਪੋਲੀਟੀਕਲ ਸਿਨੈਰੀਓ ਦੇ ਇੱਦਾਂ ਦੇ ਬਣ ਰਹੇ ਨੇ ਕਿ ਉਮੀਦਵਾਰਾਂ ਦੀ ਲਾਈਨ ਲੱਗੀ ਪੈਣੀ ਹੈ। ਤੁਹਾਡੀ ਘੰਟੀਆਂ ਤੁਹਾਡੇ ਘਰ ਦੇ ਬੂਹੇ ਬਾਰ-ਬਾਰ ਖੜਕਾਏ ਜਾਣਗੇ ਵੀ ਸਾਨੂੰ ਵੋਟ ਦਿਓ, ਸਾਨੂੰ ਵੋਟ ਦਿਓ। ਕਾਰਨ ਕਾਂਗਰਸ ਆਪਣੀ ਰਾਜਨੀਤੀ ਵੱਖਰੇ ਤੌਰ ਤੇ ਚਲਾਣੀ ਹੈ। ਭਾਵੇਂ ਕਾਂਗਰਸ ਦੇ ਵਿੱਚ ਰਫੜ ਮਚੇ ਹੋਏ ਨੇ ਕਿ ਸਿੱਧੂ ਵਰਸਸ ਕੈਪਟਨ, ਚਲੋ 6 ਕੁ ਮਹੀਨੇ ਹੈਗੇ ਆ, ਉਹਦੇ ਵਿੱਚ ਕੋਈ ਸੁਲ੍ਹਾ ਸਫਾਈ, ਕੋਈ ਕਿਸੇ ਸਿਰੇ ਤੱਕ ਗੱਲ ਪਹੁੰਚੇਗੀ ਨਹੀਂ ਪਹੁੰਚੇਗੀ, ਇਹ ਲੜਾਈ ਤੇ ਹਜੇ ਅੱਗੇ ਚੱਲ ਕੇ ਸਾਨੂੰ ਦੇਖਣੀ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਸੰਯੁਕਤ, ਉਹਨਾਂ ਦਾ ਲੱਗਦਾ ਸੀਗਾ ਕਿ ਸਮਝੌਤਾ ਹੋ ਜਾਣਾ, ਪਰ ਦੋਨੋਂ ਹੀ ਪਾਰਟੀਆਂ ਨੇ ਵੱਖ-ਵੱਖ ਤਰੀਕੇ ਨਾਲ ਇਹ ਗੱਲ ਦੀ ਅਨਾਉਂਸਮੈਂਟ ਪਿਛਲੇ 2 ਦਿਨਾਂ ਦੇ ਵਿੱਚ ਹੀ ਕਰਤੀ ਕਿ ਅਸੀਂ 117 ਦੀ ਸੀਟਾਂ ਦੇ ਉੱਤੇ ਇਕੱਲੇ ਚੁਣਾਵ ਲੜਾਂਗੇ। ਤੀਜੇ ਪਾਸੇ ਭਾਜਪਾ ਵੀ ਐਤਕੀ ਇਕੱਲੇ ਚੁਣਾਵ ਲੜਨ ਦਾ ਦਮ ਭਰ ਰਹੀ ਹੈ 117 ਸੀਟਾਂ ਦੇ ਵਿੱਚ, ਭਾਵੇਂ ਪਤਾ ਨਹੀਂ ਉਹਨਾਂ ਨੂੰ ਕੈਂਡੀਡੇਟ ਮਿਲਣਗੇ ਕਿ ਨਹੀਂ ਮਿਲਣਗੇ। ਫਿਰ ਉਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਅਲਾਈਅੰਸ ਹੋ ਚੁੱਕਿਆ। ਇਹਨੇ ਸਾਰੇ ਸਿਸਟਮ ਦੇ ਵਿੱਚ ਇੱਕ ਜਿਹੜਾ ਵੋਟਰ ਹੈ ਜੋ ਆਪਣਾ ਮਨ ਬਣਾਉਣਾ ਚਾਹੁੰਦਾ ਹੈ ਮੈਂ ਕਿਹਨੂੰ ਵੋਟ ਦੇਵਾਂ, ਉਹ ਜ਼ਰੂਰ ਕਨਫਿਊਜ਼ ਹੋ ਜਾਏਗਾ। ਜੇ ਬੰਦਾ ਦੇਖ ਕੇ ਵੋਟ ਦਿੰਦਾ ਹੈ ਤੇ ਕਈ ਵਾਰ ਪਾਰਟੀ ਚੰਗੀ ਨਹੀਂ ਲੱਗਦੀ ਜਿਸ ਪਾਰਟੀ ਤੋਂ ਬੰਦਾ ਖੜਿਆ ਹੁੰਦਾ ਹੈ, ਕਈ ਵਾਰ ਪਾਰਟੀ ਚੰਗੀ ਹੁੰਦੀ ਹੈ ਜਾਂ ਪਾਰਟੀ ਉਹ ਬੰਦਾ ਚੰਗਾ ਨਹੀਂ ਹੁੰਦਾ, ਯਾਨੀ ਇਸ ਤਰ੍ਹਾਂ ਦਾ ਕਨਫਿਊਜ਼ਨ ਬੜਾ ਜ਼ਬਰਦਸਤ ਪੈਦਾ ਹੁੰਦਾ ਹੈ। ਔਰ ਜਦ ਵੀ ਇੱਦਾਂ ਦੀ ਸਥਿਤੀ ਪੋਲੀਟੀਕਲ ਸਰਕਲ ਦੇ ਵਿੱਚ ਪੈਦਾ ਹੁੰਦੀ ਹੈ ਤੇ ਹਮੇਸ਼ਾ ਇਹ ਲੱਗਦਾ ਹੈ ਕਿ ਹੰਗ ਅਸੈਂਬਲੀ ਆਏਗੀ। ਇਸ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੇ ਇੱਕ ਤਰੀਕੇ ਨਾਲ ਸਿੱਟਾ ਕੱਢਤਾ ਹੈ ਕਿ ਪੰਜਾਬ ਦੇ ਵਿੱਚ ਐਤਕੀ ਹੰਗ ਅਸੈਂਬਲੀ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਹੈ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਜਿਨ੍ਹਾਂ ਦੀ ਲਹਿਰ 2017 ਦੇ ਵਿੱਚ ਕਾਫੀ ਅੱਛੀ ਸੀਗੀ, ਉਹ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕੇਜਰੀਵਾਲ ਹੈ ਤੇ ਕਹਿੰਦੇ ਨੇ ਕਿ ਇੱਕ ਸਿੱਖ ਚਿਹਰਾ ਹੋਏਗਾ ਜਿਨ੍ਹਾਂ ਨੂੰ ਪੂਰਾ ਪੰਜਾਬ ਪਿਆਰ ਕਰਦਾ ਹੋਏਗਾ। ਬਲਬੀਰ ਰਾਜੇਵਾਲ ਉਹਨਾਂ ਦਾ ਨਾਮ ਉਛਲਦਾ ਹੈ, ਉਹ ਮਨਾ ਕਰਦੇ ਨੇ ਵੀ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ। ਹੁਣ ਅੱਜ ਬਲਬੀਰ ਸਿੰਘ ਸਿੱਚੇਵਾਲ ਉਹਨਾਂ ਦਾ ਵੀ ਨਾਂ ਚੱਲਦਾ ਸੀਗਾ, ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਕਿਸੇ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਔਰ ਰਾਜਨੀਤੀ ਇੱਕ ਗੰਦਾ ਕੰਮ ਹੈਗਾ, ਝੂਠਿਆਂ ਦਾ ਕੰਮ ਹੈਗਾ, ਮੈਂ ਇਹਦੇ ਵਿੱਚ ਬਿਲਕੁਲ ਨਹੀਂ ਆਊਂਗਾ। ਹੁਣ ਇਹ ਦੇਖੋ ਕਿ ਇਹ ਨਾਂ ਉਛਲ ਕਿੱਦਾਂ ਰਹੇ ਨੇ, ਇਹ ਪੋਸਟਰ ਕੌਣ ਬਣਾ ਰਿਹਾ ਹੈ? ਜੇ ਆਮ ਆਦਮੀ ਪਾਰਟੀ ਵਾਲੇ ਆਪ ਬਣਾ ਰਹੇ ਨੇ ਤੇ ਇਹ ਵੀ ਇੱਕ ਰਾਜਨੀਤੀ ਹੋ ਸਕਦੀ ਹੈ। ਜੇ ਦੂਜੀ ਪਾਰਟੀਆਂ ਜਾਣਬੁੱਝ ਕੇ ਝੂਠੇ ਨਾਂ ਉਛਾਲ ਕੇ ਆਮ ਆਦਮੀ ਪਾਰਟੀ ਦੇ ਬਾਰੇ ਕਿ ਵੀ ਆਮ ਆਦਮੀ ਪਾਰਟੀ ਗਲੀ ਗਲੀ ਲੱਭਦੀ ਫਿਰ ਰਹੀ ਹੈ ਕਿ ਕੋਈ ਚੰਗਾ ਸਿੱਖ ਚਿਹਰਾ ਮਿਲ ਜਾਏ, ਮੈਨੂੰ ਲੱਗਦਾ ਤੁਹਾਡੀ ਤਰਫ ਵੀ ਉਹ ਸ਼ਾਇਦ ਆ ਸਕਦੇ ਨੇ ਆਉਣ ਵਾਲੇ ਟਾਈਮ ਵਿੱਚ। ਮੁੱਖ ਮੰਤਰੀ ਵਾਸਤੇ ਉਹਨਾਂ ਨੂੰ ਇੱਕ ਵਧੀਆ ਚਿਹਰਾ ਚਾਹੀਦਾ ਹੈ ਜੋ ਪੰਜਾਬ ਦੇ ਵਿੱਚ ਜਿੱਤੇ, ਲੜੇ ਔਰ ਜਿਹੜੇ ਬੰਦੇ ਨੂੰ, ਜਿਹੜੇ ਸਿੱਖ ਚਿਹਰੇ ਨੂੰ ਸਾਰੇ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਨੇ। ਤੇ ਤੁਸੀਂ ਵੀ ਥੋੜਾ ਬਚ ਕੇ ਰਹਿਣਾ, ਵਰਨਾ ਤੁਹਾਨੂੰ ਵੀ ਏਦਾਂ ਕਹਿਣਾ ਪਏਗਾ ਵੀ ਮੇਰੀ ਮੀਟਿੰਗ ਕਿਸੇ ਨਾਲ ਨਹੀਂ ਹੋਈ। ਮੈਨੂੰ ਇੰਝ ਲੱਗਦਾ ਵੀ ਮੈਂ ਫਿਰ ਕੱਪੜੇ ਜਰਾ ਚੰਗੀ ਤਰ੍ਹਾਂ ਸਵਾ ਲੈਣਾ, ਕੁੜਤੇ ਪਜਾਮੇ ਲੈ ਲੈਣਾ, ਪੱਗਾਂ ਤੇ ਰੰਗ, ਕਿਉਂਕਿ ਇੱਥੇ ਤੱਕ ਅਜੇ ਤੱਕ ਪਾਬੰਦੀ ਨਹੀਂ ਵੀ ਕਿਹੜਾ ਰੰਗ ਬੰਨਣਾ ਹੈ। 5-7 ਤਰ੍ਹਾਂ ਦੇ ਰੰਗ ਮੈਂ ਵੀ ਚੂਜ਼ ਕਰ ਲੈਣਾ, ਲੇਕਿਨ ਸਿਆਸਤ ਦੇ ਰੰਗ ਗੂੜੇ ਹੁੰਦੇ ਜਾਂਦੇ, ਪੰਜਾਬੀਆਂ ਦੇ ਰੰਗ ਫਿੱਕੇ ਹੁੰਦੇ ਜਾਂਦੇ ਆ। ਸਿਆਸਤ ਬੁਰੀ ਨਹੀਂ, ਸਿਆਸਤ ਵਿੱਚ ਆਉਣਾ ਚਾਹੀਦਾ,
ਪਰ ਖੈਰ ਮੈਨੂੰ ਇੰਜ ਲੱਗਦਾ ਕਿ ਸਿਆਸਤ ਦੇ ਸਮਾਨ ਅੰਤਰ ਤੁਹਾਨੂੰ ਆਪਣੀ ਅਲਖ ਜਗਾਉਂਦੇ ਰਹਿਣਾ ਚਾਹੀਦਾ। ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ, ਮੇਰੇ ਨਾਲ ਗੈਰ ਰਸਮੀ ਗੱਲਬਾਤ ਦੇ ਵਿੱਚ ਇਹ ਦਾਅਵਾ ਕਰਦੇ ਆ ਕਿ ਅਸੀਂ ਜਿਸ ਸਿਆਸਤ ਨੂੰ ਬਦਲਣ ਲਈ ਨਿਕਲੇ ਆ, ਅਗਲੇ ਦਿਨਾਂ 'ਚ ਪੂਰਾ ਜ਼ੋਰ ਲਾਵਾਂਗੇ। ਅਸੀਂ ਕਰੋਨਾ ਕਰਕੇ ਔਰ ਖਾਸ ਤੌਰ ਦੇ ਉੱਤੇ ਜਿਹੜਾ ਇਹ ਜਿਹੜੀ ਬਿਮਾਰੀ ਦੀ ਮੁਸ਼ਕਲ ਦੇ ਚੱਲਦਿਆਂ ਤੇ ਕਿਸਾਨੀ ਮੂਵਮੈਂਟ ਦੇ ਚੱਲਦਿਆਂ ਸਾਡੀ ਮੱਠੀ ਜ਼ਰੂਰ ਰਫ਼ਤਾਰ ਲੱਗੀ। ਅਸੀਂ ਸਮਝੌਤੇ ਕਰਨ ਲਈ ਨਹੀਂ ਆਏ, ਅਸੀਂ ਸਿਆਸਤ ਬਦਲਣ ਲਈ ਆਏ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਕਾਲੀ ਦਲ ਨੂੰ ਉਹਦੀਆਂ ਮੇਨ ਲੀਹਾਂ ਤੇ ਲਿਆਉਣ ਲਈ ਯਤਨਸ਼ੀਲ ਹੋਈਏ ਤੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਸਾਰੇ ਵੱਡੇ ਅਕਾਲੀ ਸੁਖਬੀਰ ਸਿੰਘ ਦੀ ਪਾਰਟੀ ਛੱਡ ਕੇ ਸਾਡੇ ਨਾਲ ਆਉਣ, ਇਹ ਉਹਨਾਂ ਨੇ ਦਾਅਵਾ ਕੀਤਾ ਤੇ ਇਹ ਉਹਨਾਂ ਨੇ ਮਕਸਦ ਦੱਸਿਆ। ਅੱਜ ਜਥੇਦਾਰ ਜਗਦੇਵ ਸਿੰਘ, ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ, ਉਹਨਾਂ ਦੀ ਧਰਮ ਸੁਪਤਨੀ ਗੁਰਪੁਰੀ ਪਿਆਨਾ ਕਰ ਗਿਆ, ਉਹ ਫੌਤ ਹੋ ਗਿਆ। ਸਾਡੇ ਬਹੁਤ ਪਰਮ ਮਿੱਤਰ ਨੇ ਸਰਦਾਰ ਰਣਜੀਤ ਸਿੰਘ ਤਲਵੰਡੀ, ਉਹਨਾਂ ਨਾਲ ਅਸੀਂ ਅਫਸੋਸ ਜ਼ਾਹਰ ਕਰਦੇ ਹਾਂ ਇਸ ਮੰਚ ਤੋਂ। ਔਰ ਖਾਸ ਤੌਰ ਤੇ ਜਿਹੜੇ ਵੱਡੇ ਲੋਕ ਹੁੰਦੇ ਆ, ਉਹਨਾਂ ਦੇ ਸ਼ਰੀਕੇ ਹਯਾਤ, ਉਹਨਾਂ ਦੀਆਂ ਪਤਨੀਆਂ ਉਹਨਾਂ ਦਾ ਸਾਥ ਦਿੰਦੀਆਂ ਨੇ। ਜਗਦੇਵ ਸਿੰਘ ਤਲਵੰਡੀ ਪੰਜਾਬ ਦੀ ਪੋਲੀਟਿਕਸ ਦਾ ਲੋਹ ਪੁਰਸ਼, ਵੱਡਾ ਚਿਹਰਾ ਸੀਗੇ ਔਰ ਉਹਨਾਂ ਨੇ ਆਪਣੀ ਜੀਵਨ ਹਯਾਤੀ 'ਚ ਸਿੱਖ ਪਰੰਪਰਾਵਾਂ ਲਈ ਕਾਫੀ ਘਾਲਣਾ ਘਾਲੀ। ਮੈਨੂੰ ਯਾਦ ਹੈ ਕਿ ਇਹ ਭਾਸਕਰ ਸਾਹਿਬ ਤਿੰਨਾਂ ਦੀ ਜੋੜੀ ਹੁੰਦੀ ਸੀ, ਜੋੜੀ ਨਹੀਂ ਕਹਿੰਦੇ, ਇਹ ਤਕੋਣ ਹੁੰਦੀ ਸੀਗੀ, ਜਿਹਦੇ 'ਚ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀਗੇ। ਬੈਲੈਂਸ ਬਣਿਆ ਰਹਿੰਦਾ ਸੀ, ਇੱਕ ਗਲਤੀ ਕਰਨ ਲੱਗਦਾ ਸੀ ਉਹਨੂੰ ਦੂਜਿਆਂ ਦਾ ਡਰ ਸਤਾਉਂਦਾ ਸੀ। ਹੌਲੀ ਹੌਲੀ ਇਹ ਇੱਕ ਪਰਿਵਾਰਾਂ ਤੇ ਕੇਂਦਰਿਤ ਹੁੰਦੇ ਗਏ ਮਸਲੇ, ਇੱਕ ਚਿਹਰੇ ਦੁਆਲੇ ਸਾਰੀ ਸਿਆਸਤ ਘੁੰਮਦੀ ਰਹੀ। ਫਿਰ ਉਹ ਸਿਆਸਤ ਬਹੁਤ ਨਿੱਜੀ ਪੱਧਰ ਤੱਕ ਚਲੇਗੀ, ਫਿਰ ਉਹ ਪਾਰਟੀਆਂ ਦੀ ਵਿਚਾਰ ਤੇ ਵਿਚਾਰਧਾਰਾ ਪਿੱਛੇ ਚਲੇਗੀ। ਖੈਰ ਅੱਜ ਉਹਨਾਂ ਦੇ ਪਰਿਵਾਰ ਨਾਲ ਦੁੱਖ ਵਿਅਕਤ ਕਰਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।